Class 8th. Today we will start properties of parallelogram. Student, ਅੱਜ ਅਸੀਂ ਸਭ ਤੋਂ ਪਹਿਲਾਂ properties of parallelogram ਕਰਾਂਗੇ. ਫਸਟ ਅਸੀਂ ਦਾ ਇੰਟਰੋ ਕਰਾਂਗੇ. ਦੇਖੋ ਫਸਟ ਪ੍ਰੋਪਰਟੀ ਹੈ the opposite angles of a parallelograms are of equal measure. ਜਿਵੇਂ ਕਿ ਤੁਹਾਨੂੰ ਇੱਕ ਪੈਰਲੋਗ੍ਰਾਮ ਦਿਖਾਈ ਦੇ ਰਹੀ ਹੈ ABCD, ਠੀਕ ਹੈ. ਫਸਟ ਪ੍ਰੋਪਰਟੀ ਹੈ ਕਿ ਇਹਦੇ ਅਪੋਜ਼ਿਟ ਐਂਗਲਸ ਇਕੁਅਲ ਹੁੰਦੇ ਹੈ. ਮੀਨਸ ਜਿਹੜਾ ਐਂਗਲ A ਹੈ, ਐਂਗਲ A ਦੇ ਅਪੋਜ਼ਿਟ ਐਂਗਲ ਕਿਹੜਾ ਹੈ C. ਐਂਗਲ A ਔਰ C ਇੱਕ ਦੂਜੇ ਦੇ ਇਕੁਅਲ ਹੋਣਗੇ. ਮੀਨਸ ਜਿੰਨੀ A ਦੀ ਵੈਲਿਊ ਹੋਏਗੀ ਸੇਮ ਓਨੀ C ਦੀ ਹੋਏਗੀ. ਐਂਡ ਦੈਨ ਐਂਗਲ ਹੈ B, ਠੀਕ ਹੈ. B ਦੇ ਅਪੋਜ਼ਿਟ ਕਿਹੜਾ ਐਂਗਲ ਹੈ D. B ਔਰ D ਇਕੁਅਲ ਹੋਣਗੇ. ਇਸ ਨੂੰ ਕਹਿੰਦੇ ਆ ਅਪੋਜ਼ਿਟ ਐਂਗਲਸ. ਸੈਕਿੰਡ ਹੈ the adjacent angles in a parallelogram are supplementary. ਮੀਨਸ ਜਿਹੜੇ ਇੱਕ ਪੈਰਲੋਗ੍ਰਾਮ ਵਿੱਚ ਐਡਜੈਸੈਂਟ ਐਂਗਲਸ ਹੁੰਦੇ ਹੈ ਉਹ ਸਪਲੀਮੈਂਟਰੀ ਹੁੰਦੇ ਹੈ. ਸਪਲੀਮੈਂਟਰੀ ਮੀਨਸ ਜਿਹੜੇ ਇਕੁਅਲ ਟੂ 180 ਡਿਗਰੀ ਹੁੰਦੇ ਹੈ. ਹੁਣ ਸਟੂਡੈਂਟ ਸਭ ਤੋਂ ਪਹਿਲਾਂ ਤੁਹਾਨੂੰ ਐਡਜੈਸੈਂਟ ਐਂਗਲਸ ਕਲੀਅਰ ਹੋਣਾ ਚਾਹੀਦਾ ਹੈ. ਜਿਵੇਂ ਕਿ ਤੁਹਾਨੂੰ ਇੱਕ ਐਗਜ਼ਾਮਪਲ ਗਿਵਨ ਹੈ DEFG. DEFG ਇੱਕ ਪੈਰਲੋਗ੍ਰਾਮ ਹੈ, ਠੀਕ ਹੈ ਸਟੂਡੈਂਟ. ਜਿਹੜਾ ਹੀ ਤੁਹਾਨੂੰ ਉੱਪਰ ਪ੍ਰੋਪਰਟੀ ਦੇ ਵਿੱਚ 11 ਦੀ ਤਰ੍ਹਾਂ ਦਿਖ ਰਿਹਾ ਨਾ, ਮਤਲਬ 11 GM, ਇਹ ਪੈਰਲੋਗ੍ਰਾਮ ਦਾ ਸਾਈਨ ਹੈ. ਅਤੇ ਹੁਣ ਸਟੂਡੈਂਟ ਤੁਹਾਨੂੰ ਇੱਕ ਡਾਇਗਰਾਮ ਗਿਵਨ ਹੈ DEFG. ਹੁਣ ਇਸ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਐਡਜੈਸੈਂਟ ਐਂਗਲਸ ਕਲੀਅਰ ਹੋਣੇ ਚਾਹੀਦੇ ਹੈ. ਹੁਣ ਜਿਵੇਂ ਕਿ ਫੋਰ ਐਗਜ਼ਾਮਪਲ ਤੁਹਾਨੂੰ E70 ਡਿਗਰੀ ਗਿਵਨ ਹੈ, ਠੀਕ ਹੈ. E70 ਡਿਗਰੀ ਗਿਵਨ ਹੈ ਅਤੇ ਅਸੀਂ E70 ਡਿਗਰੀ ਵੀ ਲਿਖ ਸਕਦੇ ਹਾਂ ਅਤੇ ਇਹਦਾ ਕੰਪਲੀਟ ਨੇਮ ਵੀ ਲਿਖ ਸਕਦੇ ਹਾਂ. ਐਂਗਲ DEF ਮੀਨਸ E ਪੁਆਇੰਟ ਵਿੱਚ ਆਉਣਾ ਚਾਹੀਦਾ ਲਿਖਦੇ ਹੋਏ. ਹੁਣ E ਦੇ ਨਾਲ ਇਹਦਾ ਐਡਜੈਸੈਂਟ ਐਂਗਲਸ ਇੱਕ ਤਾਂ ਉੱਪਰ ਹੋ ਸਕਦਾ ਹੈ D, ਠੀਕ ਹੈ. ਸੇਮ ਨਾ ਇੱਕ ਲਾਈਨ 'ਤੇ ਸੇਮ ਐਂਗਲਸ ਹੋਣ ਨਾ, ਜਿਵੇਂ ਕਿ E ਦੇ ਨਾਲ D ਵੀ ਹੋ ਸਕਦਾ ਹੈ. ਜੇ ਨੀਚੇ ਦੇਖਦੇ ਹਾਂ ਤਾਂ E ਦੇ ਨਾਲ F ਵੀ ਹੋ ਸਕਦਾ ਹੈ. ਹੁਣ ਇਹ ਸਾਡੀ ਚੋਇਸ ਹੈ ਕਿ ਅਸੀਂ ਪਹਿਲਾਂ ED ਨੂੰ ਲੈਣਾ ਹੈ ਜਾਂ EF ਨੂੰ ਲੈਣਾ ਹੈ. ਸਟੂਡੈਂਟ ਹੁਣ ਜਿਵੇਂ ਕਿ ਤੁਹਾਨੂੰ ਇਸ ਦੇ ਵਿੱਚ ਦਿਖ ਰਿਹਾ, ਸਭ ਤੋਂ ਪਹਿਲਾਂ ਅਸੀਂ D ਔਰ E ਲੈ ਲਿਆ. D ਔਰ D ਐਂਗਲ D ਪਲਸ ਐਂਗਲ E ਇਕੁਅਲ ਟੂ 180 ਡਿਗਰੀ. ਨਾਲ ਇਹਦਾ ਰੀਜ਼ਨ ਲਿਖਤਾ ਬਿਕੋਜ਼ ਐਡਜੈਸੈਂਟ ਐਂਗਲਸ ਆਰ ਸਪਲੀਮੈਂਟਰੀ. ਸਪਲੀਮੈਂਟਰੀ ਮਤਲਬ 180 ਡਿਗਰੀ. ਇਹ ਦੋਨਾਂ ਦਾ ਸਮ D ਔਰ E ਦਾ ਕਿੰਨਾ ਹੋਏਗਾ 180. ਹੁਣ ਸਟੂਡੈਂਟ ਤੁਹਾਨੂੰ E ਦੀ ਵੈਲਿਊ 70 ਡਿਗਰੀ ਗਿਵਨ ਹੈ, ਇਹ ਨੀਚੇ ਪੁੱਟ ਕਰ ਦੇਣੀ ਹੈ. D ਸੇਮ ਰਹੇਗਾ ਇਕੁਅਲ ਟੂ 180. D ਦੀ ਵੈਲਿਊ ਮਾਈਨਸ ਕਰਕੇ ਕਿੰਨੀ ਆ ਗਈ 180 ਮਾਈਨਸ 70 110. ਔਰ ਸੈਕਿੰਡ ਆਪਸ਼ਨ ਵੀ ਤੁਹਾਨੂੰ ਦੇਖੋ ਸਟੂਡੈਂਟ ਲਿਖਤਾ ਮੈਂ ਔਰ ਪਾ ਕੇ. ਐਂਡ ਦੈਨ ਹੁਣ ਜੇ D ਦੀ ਵੈਲਿਊ 110 ਆ ਗਈ, ਇਹ ਤਾਂ ਸਟੂਡੈਂਟ ਤੁਹਾਡਾ ਫਸਟ ਪੁਆਇੰਟ ਇਹ ਹੋ ਗਿਆ ਐਡਜੈਸੈਂਟ ਐਂਗਲ ਦਾ. ਇਸੇ ਪ੍ਰੋਪਰਟੀ ਦੇ ਵਿੱਚ ਮੈਂ ਹੁਣ ਤੁਹਾਨੂੰ ਨਾ ਇਹਦੀ ਐਗਜ਼ਾਮਪਲ ਦੇ ਨਾਲ ਦੋਨੋਂ ਪੁਆਇੰਟ ਸ਼ੋ ਹੋ ਗਏ ਤੁਹਾਡੇ. ਪਹਿਲਾ ਪੁਆਇੰਟ ਤੁਹਾਨੂੰ ਮਤਲਬ E ਦੇ ਨਾਲ ਅਸੀਂ D ਫਾਈਂਡ ਆਊਟ ਕਰ ਲਿਆ, D 110 ਆ ਗਿਆ. ਹੁਣ D ਦੇ ਅਪੋਜ਼ਿਟ ਕਿਹੜਾ ਹੈ F, ਤਾਂ F ਦੀ ਵੈਲਿਊ ਕਿੰਨੀ ਆ ਗਈ 110. ਰੀਜ਼ਨ ਦੋਗੇ ਤੁਸੀਂ ਐਂਗਲ F ਇਕੁਅਲ ਟੂ D, ਅਪੋਜ਼ਿਟ ਐਂਗਲਸ ਆਰ ਇਕੁਅਲ, ਠੀਕ ਹੈ. ਰੀਜ਼ਨ ਜ਼ਰੂਰ ਮੈਂਸ਼ਨ ਕਰਨਾ ਹੈ. ਹੁਣ ਲਾਸਟ ਸਾਡਾ ਕੀ ਰਹਿ ਗਿਆ G ਕਿੰਨਾ ਆਏਗਾ 70 ਡਿਗਰੀ. ਵਾਈ? ਕਿਉਂਕਿ G ਔਰ E ਕਿਹੜੇ ਐਂਗਲ ਹੈ ਅਪੋਜ਼ਿਟ ਐਂਗਲਸ ਹੈ, ਤਾਂ G ਦੀ ਵੈਲਿਊ ਵੀ ਕਿੰਨੀ ਹੋ ਜਾਏਗੀ 70 ਡਿਗਰੀ. ਓਕੇ, ਦੈਨ ਅਪੋਜ਼ਿਟ ਐਂਗਲਸ ਆਰ ਇਕੁਅਲ. ਮਤਲਬ ਇਸ ਐਗਜ਼ਾਮਪਲ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ D ਫਾਈਂਡ ਆਊਟ ਕੀਤਾ ਹੈ, ਠੀਕ ਹੈ, ਜੋ ਕਿ ਤੁਸੀਂ ਫਸਟ ਪ੍ਰੋਪਰਟੀ ਸੈਕਿੰਡ ਪ੍ਰੋਪਰਟੀ ਲਗਾਈ ਹੈ ਐਡਜੈਸੈਂਟ ਐਂਗਲ ਦੀ. ਓਕੇ, ਫਿਰ D ਪਤਾ ਲੱਗ ਗਿਆ. D ਦੀ ਹੈਲਪ ਨਾਲ ਤੁਸੀਂ F ਫਾਈਂਡ ਆਊਟ ਕਰ ਲਓਗੇ. D ਔਰ F ਅਪੋਜ਼ਿਟ ਐਂਗਲਸ ਹੈ. ਲਾਸਟ ਅਸੀਂ ਫਾਈਂਡ ਆਊਟ ਕੀਤਾ G ਕੀ ਹੈ, G ਕਿਸ ਦੇ ਅਪੋਜ਼ਿਟ ਹੈ E ਦੇ. ਓਕੇ ਸਟੂਡੈਂਟ, ਇਸ ਐਗਜ਼ਾਮਪਲ ਦੇ ਵਿੱਚ ਪਹਿਲਾਂ ਤੁਹਾਡੀ ਇਹੀ 2 ਪ੍ਰੋਪਰਟੀਜ਼ ਕਲੀਅਰ ਹੋ ਗਈਆਂ. ਐਂਡ ਦੈਨ ਤੁਸੀਂ ਹੁਣ ਥਰਡ ਪ੍ਰੋਪਰਟੀ ਕਰੋਗੇ ਦਾ ਡਾਇਗਨਲਸ ਆਫ ਏ ਪੈਰਲੋਗ੍ਰਾਮ ਬਾਈਸੈਕਟ ਈਚ ਅਦਰ. ਜਿਵੇਂ ਕਿ ਤੁਹਾਨੂੰ ਇੱਕ ਪੈਰਲੋਗ੍ਰਾਮ ਗਿਵਨ ਹੈ PQRS, ਇਸ ਦੇ ਡਾਇਗਨਲਸ ਹੈ ਜੋ ਕਿ ਇੱਕ ਦੂਜੇ ਨੂੰ ਕੱਟ ਕਰ ਰਹੇ ਹੈ T ਪੁਆਇੰਟ 'ਤੇ. ਦੈਨ ਫਸਟ ਜਿਵੇਂ ਡਾਇਗਨਲ ਦਾ ਨੇਮ ਹੈ PR, ਦੂਸਰੇ ਡਾਇਗਨਲ ਦਾ ਨੇਮ ਹੈ SQ. ਜਦੋਂ ਇਹ ਕੱਟ ਕਰ ਰਹੇ ਹੈ ਮਤਲਬ ਤਾਂ PT ਪੋਰਸ਼ਨ ਹੈ ਉਹ ਕਿਹਦੇ ਬਰਾਬਰ ਹੋਏਗਾ TR ਦੇ. ST ਕਿਹਦੇ ਬਰਾਬਰ ਹੋਏਗਾ TQ ਦੇ. ਓਕੇ ਸਟੂਡੈਂਟਸ, ਇਹ ਤਾਂ ਸੀਗੀਆਂ ਤੁਹਾਡੀਆਂ ਪ੍ਰੋਪਰਟੀਜ਼.
ਹੁਣ ਸੈਕਿੰਡ ਤੁਸੀਂ ਹੁਣ ਕਰੋਗੇ ਐਕਸਰਸਾਈਜ਼ 3.3 ਫਸਟ ਕੁਐਸਚਨ ਗਿਵਨ ਅ ਪੈਰਲੋਗ੍ਰਾਮ ABCD complete each statement along with the definition or property used ਸਟੂਡੈਂਟ ਤੁਹਾਨੂੰ ਹੁਣ ਇਹ ਡਾਇਗਰਾਮ ਗਿਵਨ ਹੈ ਨਾ ਇਸ ਦੇ ਅਕੋਰਡਿੰਗ ਹੁਣ ਤੁਸੀਂ ਆਨਸਰ ਦੇਣੇ ਹੈ ਜਿਵੇਂ ਕਿ ਹੁਣ ਤੁਸੀਂ ਪ੍ਰੋਪਰਟੀਜ਼ ਕੀਤੀਆਂ ਨਾ ਉਹਦੇ ਅਕੋਰਡਿੰਗ ਆਨਸਰ ਦੇਣੇ ਹੈ ਦੇਖੋ ਫਸਟ AD ਪੁੱਛਿਆ ਹੋਇਆ AD ਦੇ ਬਰਾਬਰ AD ਦੇ ਇਕੁਅਲ ਕਿਹੜੀ ਸਾਈਡ ਹੈ ਪੈਰਲੋਗ੍ਰਾਮ ਦੀਆਂ ਅਪੋਜ਼ਿਟ ਸਾਈਡ ਇਕੁਅਲ ਹੁੰਦੀਆਂ AD ਦੇ ਇਕੁਅਲ ਕਿਹੜੀ ਹੋ ਜਾਏਗੀ BC ਤੁਸੀਂ ਰੀਜ਼ਨ ਨਾਲ ਜ਼ਰੂਰ ਮੈਂਸ਼ਨ ਕਰਨਾ ਹੈ ਜਿਵੇਂ ਕਿ ਇਨ ਅ ਪੈਰਲੋਗ੍ਰਾਮ ਅਪੋਜ਼ਿਟ ਸਾਈਡਸ ਆਰ ਇਕੁਅਲ ਇਨ ਲੈਂਥ ਉਸ ਤੋਂ ਬਾਅਦ ਸੈਕਿੰਡ ਪਾਰਟ ਹੈ ਤੁਹਾਡਾ DCB ਠੀਕ ਹੈ C ਤੇ ਦੇਖੋ ਸਟੂਡੈਂਟ ਐਂਗਲ C ਮਤਲਬ ਇਹਦਾ ਸ਼ਾਰਟ ਨੇਮ C ਵੀ ਲਿਖ ਸਕਦੇ ਹਾਂ C ਦੇ ਅਪੋਜ਼ਿਟ ਐਂਗਲ ਕਿਹੜਾ ਹੈ A ਠੀਕ ਹੈ A ਦਾ ਫੁੱਲ ਨੇਮ ਕੀ ਲਿਖਾਂਗੇ DAB ਸੈਕਿੰਡ ਪਾਰਟ ਸਟੂਡੈਂਟ ਤੁਹਾਨੂੰ ਦਿਖਾਈ ਦੇ ਰਿਹਾ ਨਾ DAB ਇਹ ਕਿਹੜੇ ਐਂਗਲ ਹੈ ਅਪੋਜ਼ਿਟ ਐਂਗਲਸ ਹੈ थर्ड इज OC ਦੇ ਬਰਾਬਰ ਕੀ ਆ ਜਾਏਗਾ OA ਠੀਕ ਹੈ ਇਹ ਡਾਇਗਨਲ ਦੀ ਪ੍ਰੋਪਰਟੀ ਯੂਜ਼ ਹੋਏਗੀ OC ਦੇ ਇਕੁਅਲ ਕਿਹੜਾ ਪਾਰਟ ਆ ਜਾਏਗਾ ਇਹਦਾ OA ਰੀਜ਼ਨ ਕੀ ਦੋਗੇ ਇਨ ਅ ਪੈਰਲੋਗ੍ਰਾਮ ਡਾਇਗਨਲਸ ਬਾਈਸੈਕਟ ਈਚ ਅਦਰ ਓਕੇ ਉਸ ਤੋਂ ਬਾਅਦ फोर्थ पार्ट है DAB M ਦਾ ਮਤਲਬ ਹੈ ਮੇਜ਼ਰਮੈਂਟ DAB और CDA स्टूडेंट मतलब A और D जे इन शॉर्ट नेम लईए तो A और D ਕਿਹੜੇ एंगल्स हैं एडजर्स एंगल्स हैं एडजर्स एंगल्स का सम कितना हुंदा है 180 तो तुसीं इहदा सम लिख देना है किहदे बराबर है 180 और रीजन दे देना है इहदा नाल ओके इस तरह हुण स्टूडेंट तुसीं सैकेंड क्वेश्चन है सैकेंड क्वेश्चन जिवें कंसीडर द फ्लोइंग पैराग्राम्स फाइंड द वैल्यू ऑफ द अननोन XYZ ठीक है जिवें कि स्टूडेंट तुहानूं ये डायग्राम गिवन है इनू पहलां तुसीं क्लीयरली देखो 100 डिग्री गिवन है सब तो पहला असीं 100 की हैल्प नाल स्टूडेंट X फाइंड आउट कर लांगे X की वैल्यू ठीक है क्योंकि 100 प्लस X केड़े एंगल्स हैं एडजर्स एंगल्स हैं ओके मतलब 100 प्लस X की लिखांगे असीं 180 डिग्री ओके जिवें कि तुहानूं आ दिख रहा है X प्लस 100 इक्वल टू 180 रीजन जरूर देना है एडजर्स एंगल्स आर सप्लीमेंट्री दैन X की वैल्यू माइनस करके कितनी आ जाएगी 80 हुण उस तो बाद X दे अपोजिट केड़ा एंगल है देखो X दे अपोजिट केड़ा एंगल तुहानूं दिख रहा है Z तो Z कितना आ जाएगा तुहाडा 80 ये भी तुसीं रीजन दे देना अपोजिट एंगल्स आर इक्वल दैन है Y इक्वल टू 100 हुण देखो Y 100 किवें आया क्योंकि 100 दे बिल्कुल अपोजिट केड़ा है Y ठीक है अंदरली तुसीं देखो XYZ नूं देखो 100 दे अपोजिट केड़ा Y तो Y की वैल्यू कितनी होगी 100 रीजन की दोगे तुसीं अपोजिट एंगल्स आर इक्वल स्टूडेंट ये क्वेश्चन हुण तुसीं इसे तरह सेम वे नाल करने हैं हुण तुसीं इसदा मेन एक होर पार्ट देखो जिवें कि थर्ड पार्ट फर्स्ट सैकेंड थर्ड स्टूडेंट ये तुहाडा थर्ड पार्ट है जिस दे विच तुहानूं ये शेप दिख रही है तो इस दे विच तुहानूं देखो स्टूडेंट 4 ट्रायंगल्स दिखाई दे रही हैं जो ये डायगनल एक दूसरे नूं बाइसैक्ट कर रहे हैं तो ये 4 ट्रायंगल्स बन रही हैं तो इस दे विच स्टूडेंट सब तो पहला तुसीं की करोगे जिवें इन्हां ने कहा XYZ की वैल्यू पता करो तो फस्ट तुसीं देखो जिहड़ी आ नीचे एक ट्रायंगल दिखाई दे रही है जिस दे विच तुहानूं चौरस साइन दिखाई दे रहा है यह 90 डिग्री का ठीक है जे ये 90 डिग्री है तो इसदे जिहड़ा एंगल X है ठीक है ये किहड़े एंगल है वर्टिकली अपोजिट एंगल्स हैं ये हुण न्यू है तुहाडा पॉइंट वर्टिकली अपोजिट एंगल्स ये चौरस साइन दे इक्वल किहड़ा X दैन X की वैल्यू कितनी आ जाएगी तुहाडी 90 डिग्री रीजन तुसीं दोगे वर्टिकली अपोजिट एंगल्स आर इक्वल देखो स्टूडेंट आ गिवन है ना फिर उस तो बाद इन्होंने सैकेंड लाइन लिखी हुई है X प्लस वाई प्लस 30 इक्वल टू 180 डिग्री तो हुण स्टूडेंट जिहड़ी हुण तुहानूं उपर ट्रायंगल दिखाई दे रही है ठीक है जिस दे विच X है Y है 30 है इन्हां दा प्लस कितना आएगा 180 क्योंकि असीं ऑलरेडी लास्ट ईयर भी किया होया है कि एक ट्रायंगल दे 3 एंगल का सम कितना हुंदा है 180 हुण X की वैल्यू आ गई 90 30 साडे कोल ऑलरेडी है तो 90 30 कितने हो गए 120 तो Y की वैल्यू कितनी निकल जाएगी माइनस करके
180 ਚੋਂ 120 ਮਾਈਨਸ ਕਰ ਦਿਓ, y ਦੀ ਵੈਲਿਊ ਨਿਕਲ ਜਾਏਗੀ ਤੁਹਾਡੀ 60। ਓਕੇ, ਹੁਣ ਜੇ y ਦੀ ਵੈਲਿਊ ਤੁਹਾਡੀ ਆ ਦੇਖੋ 60 ਨਿਕਲ ਗਈ, ਇੱਥੇ ਸ਼ੋ ਕੀਤੀ ਹੋਈ ਹੈ, ਠੀਕ ਹੈ। ਤੁਸੀਂ ਰੀਜ਼ਨ ਦੇ ਦੇਣਾ x + y + 30 ਦਾ ਰੀਜ਼ਨ ਦੋਗੇ, ਐਂਗਲ ਸਮ ਪ੍ਰੋਪਰਟੀ ਆਫ ਟ੍ਰਾਇੰਗਲਸ। ਓਕੇ, ਇਹ ਰੀਜ਼ਨ ਦੇ ਦੇਣਾ। ਤਾਂ ਇਸ ਦੇ ਨਾਲ ਤੁਸੀਂ ਫਾਈਂਡ ਆਊਟ ਹੁਣ ਕਰ ਲਈ ਇਸ ਦੇ ਵਿੱਚ ਕਿਹੜੀ ਵੈਲਿਊ y ਦੀ ਵੈਲਿਊ ਤੁਹਾਡੀ 60 ਆ ਗਈ। ਹੁਣ ਸਟੂਡੈਂਟ ਜਿਵੇਂ y ਹੈ, y ਤੇ z ਇਹ ਕਿਹੜੇ ਐਂਗਲ ਹੈ, ਇਹ ਹੁੰਦੇ ਆ ਅਲਟਰਨੇਟ ਐਂਗਲਸ, ਅਲਟਰਨੇਟ ਇੰਟੀਰੀਅਰ ਐਂਗਲਸ, ਠੀਕ ਹੈ। ਜਿਵੇਂ y ਹੈ ਔਰ z ਹੈ, ਇਹ ਕਿਹੜੇ ਐਂਗਲ ਹੈ, ਅਲਟਰਨੇਟ ਇੰਟੀਰੀਅਰ ਐਂਗਲਸ। ਔਰ ਅਲਟਰਨੇਟ ਇੰਟੀਰੀਅਰ ਐਂਗਲਸ ਇੱਕ ਦੂਜੇ ਦੇ ਇਕੁਅਲ ਹੁੰਦੇ ਹੈ, ਤਾਂ y ਦੀ ਵੈਲਿਊ 60 ਹੈ ਤਾਂ z ਵੀ 60 ਹੋ ਜਾਏਗਾ। ਮੀਨਸ ਇਸ ਕੁਐਸਚਨ ਦੇ ਵਿੱਚ ਇਹ ਕੁਐਸਚਨ ਥੋੜ੍ਹਾ ਡਿਫਰੈਂਟ ਸੀਗਾ ਤੁਹਾਡਾ। ਫਸਟ ਤੁਸੀਂ ਕੀ ਕੀਤਾ, ਫਸਟ ਤੁਸੀਂ ਪਹਿਲਾਂ ਇਹ ਦੇਖਿਆ ਕਿ ਇੱਕ ਪੈਲੋਗ੍ਰਾਮ ਵਿੱਚ 2 ਡਾਇਗਨਲਸ ਹੈ, ਚੌਰਸ ਸਾਈਨ ਹੈ। ਇਹ ਜਿਹੜਾ ਚੌਰਸ ਸਾਈਨ ਦੇ ਮਤਲਬ ਵਰਟੀਕਲ ਅਪੋਜ਼ਿਟ ਐਂਗਲ ਕਿਹੜਾ ਸੀਗਾ, x, ਤਾਂ x ਦੀ ਵੈਲਿਊ ਪਹਿਲਾਂ ਹੀ ਤੁਹਾਡੀ 90 ਆ ਗਈ। ਫਿਰ ਉਸ ਤੋਂ ਬਾਅਦ ਤੁਸੀਂ ਟ੍ਰਾਇੰਗਲ ਦਾ ਲਿਆ, ਜਿਹੜੀ ਹੈ ਟ੍ਰਾਇੰਗਲ ਦਿਖਾਈ ਦੇ ਰਹੀ ਹੈ ਜਿਹਦੇ ਵਿੱਚ ਤੁਹਾਡੀ ਵੈਲਿਊ ਹੈ x, y ਔਰ 30। ਇਹ ਟ੍ਰਾਇੰਗਲ ਲਈ ਇਸ ਦੇ ਵਿੱਚ ਇਸ ਦੇ 3 ਐਂਗਲ ਦਾ ਸਮ ਕਿੰਨਾ ਹੁੰਦਾ ਹੈ, 180, ਠੀਕ ਹੈ। ਇਸ ਦੀ ਹੈਲਪ ਨਾਲ ਤੁਸੀਂ ਪੂਰਾ y ਦੀ ਵੈਲਿਊ ਫਾਈਂਡ ਆਊਟ ਕੀਤੀ, y ਦੇ ਨਾਲ ਤੁਸੀਂ z ਕੀਤਾ। y ਔਰ z ਕਿਹੜੇ ਐਂਗਲ ਹੈ, ਇਹ ਐਂਗਲ ਹੈ ਅਲਟਰਨੇਟ ਇੰਟੀਰੀਅਰ ਐਂਗਲਸ। ਓਕੇ ਸਟੂਡੈਂਟ, ਇਹ ਸਟੂਡੈਂਟ ਹੁਣ ਤੁਸੀਂ ਕੁਐਸਚਨ ਆ ਇਹਦੇ ਬਾਕੀ ਪਾਰਟਸ ਵੀ ਇਸੇ ਤਰ੍ਹਾਂ ਕਰਨੇ ਹੈ। ਇਹ ਤੁਸੀਂ ਜਿਹੜੇ ਰਿਮੇਨਿੰਗ ਪਾਰਟਸ ਹੈਗੇ ਨਾ ਖੁਦ ਸਮਝਣਾ ਔਰ ਕਰਨਾ। ਤੇ ਹੁਣ ਤੁਹਾਡਾ ਇੱਕ ਹੋਰ ਕੁਐਸਚਨ ਹੈ ਥਰਡ, ਕੈਨ ਏ ਕੁਆਡਰੀਲੇਟਰ ABCD ਬੀ ਏ ਪੈਲੋਗ੍ਰਾਮ। ਮਤਲਬ ਇਹਨਾਂ ਨੇ ਕਿਹਾ ਕਿ ਇੱਕ ABCD ਪੈਲੋਗ੍ਰਾਮ ਹੈ ਜਿਹਦੀਆਂ 3 ਕੰਡੀਸ਼ਨ ਜਿਵੇਂ ਇਹ ਦਿੱਤੀਆਂ ਹੋਈਆਂ ਨਾ, ਪਹਿਲਾਂ ਤੁਸੀਂ ਇੱਕ ਰਫਲੀ ਡਰਾ ਕਰਕੇ ਦੇਖਣਾ। ਇਹਨਾਂ ਨੇ ਇਹ ਕੁਐਸਚਨ ਪੁੱਛਿਆ ਹੈ ਕਿ ਇਹ ਟ੍ਰਾਇੰਗਲ ਵਿੱਚ ਇਹ ਕੰਡੀਸ਼ਨ ਪੋਸੀਬਲ ਹੈਗੀ ਹੈ, ਤੁਸੀਂ ਇਸ ਦੇ ਅਕੋਰਡਿੰਗ ਇਹਨੂੰ ਆਨਸਰ ਦੇਣੇ ਹੈ। ਇਹ ਤੁਸੀਂ ਖੁਦ ਹੁਣ ਅੰਡਰਸਟੈਂਡ ਕਰਨਾ, ਪਹਿਲਾਂ ਇੱਕ ਡਾਇਗਰਾਮ ਡਰਾ ਕਰਕੇ ਦੇਖਣਾ, ਠੀਕ ਹੈ, ABCD। ਫਿਰ ਜੋ ਕੰਡੀਸ਼ਨ ਕਹੀ ਹੈ ਇਹਨਾਂ ਨੇ, ਦੇਖੋ ਜਦੋਂ ਤੁਸੀਂ ABCD ਟ੍ਰਾਇੰਗਲ ABCD ਪੈਲੋਗ੍ਰਾਮ ਡਰਾ ਕਰੋਗੇ, ਦੈਨ ਇਹਨਾਂ ਨੇ ਸੈਕਿੰਡ ਪਾਰਟ ਵਿੱਚ ਕਲੀਅਰਲੀ ਨਜ਼ਰ ਆ ਰਿਹਾ ਹੈ AB = DC = 8, ਠੀਕ ਹੈ। ਜਦੋਂ ਕਿ ਮਤਲਬ ਅਪੋਜ਼ਿਟ ਸਾਈਡਸ ਪੈਲੋਗ੍ਰਾਮ ਦੀ ਇਕੁਅਲ ਹੁੰਦੀਆਂ, ਜੋ ਕਿ ਇੱਥੇ ਨਹੀਂ ਹੈਗੀਆਂ ਇਕੁਅਲ। ਤਾਂ ਸੈਕਿੰਡ ਪਾਰਟ ਦਾ ਆਨਸਰ ਸਟੂਡੈਂਟ 9 ਦਿੱਤਾ ਹੋਇਆ ਹੈ ਔਰ ਰੀਜ਼ਨ ਵੀ ਮੈਂਸ਼ਨ ਕੀਤਾ ਹੋਇਆ ਹੈ। ਔਰ ਥਰਡ ਪਾਰਟ ਦੇ ਵਿੱਚ ਦੇਖੋ A = 70 ਹੈ ਔਰ C = 65 ਹੈ। ਜਦ ਤੁਸੀਂ ABCD ਪੈਲੋਗ੍ਰਾਮ ਡਰਾ ਕਰਕੇ ਦੇਖੋਗੇ A ਔਰ C ਅਪੋਜ਼ਿਟ ਐਂਗਲ ਆਉਣਗੇ, ਜਦੋਂ ਕਿ ਅਪੋਜ਼ਿਟ ਐਂਗਲ ਦੀ ਵੈਲਿਊ ਇਕੁਅਲ ਹੁੰਦੀ ਹੈ, ਬਟ ਇੱਥੇ A ਦੀ ਵੈਲਿਊ 70 ਹੈ, C ਦੀ ਵੈਲਿਊ 65 ਡਿਗਰੀ ਹੈ। ਇੱਥੇ ਇਹ ਮਤਲਬ ਕੁਆਡਰੀਲੇਟਰ ਪੋਸੀਬਲ ਹੈ ਹੀ ਨਹੀਂ ਕਿਉਂਕਿ ਇਹਦੀ ਕੰਡੀਸ਼ਨ ਹੀ ਨਹੀਂ ਅਪਲਾਈ ਹੋ ਰਹੀ। ਰੀਜ਼ਨ ਕੀ ਦੇਵਾਂਗੇ, ਨੋ ਅਪੋਜ਼ਿਟ ਐਂਗਲਸ A ਐਂਡ C ਹੈਵ ਡਿਫਰੈਂਟ ਮੇਜ਼ਰਸ। ਓਕੇ, ਮਤਲਬ ਇੱਥੇ ਤੁਸੀਂ ਰੀਜ਼ਨ ਦੇਣੇ ਹੈ। ਪਹਿਲਾਂ ਇੱਕ ਰਫਲੀ ਡਾਇਗਰਾਮ ਤੁਸੀਂ ਡਰਾ ਕਰਕੇ ਦੇਖਣਾ ਪੈਲੋਗ੍ਰਾਮ, ਫਿਰ ਤੁਸੀਂ ਇਹ ਰੀਜ਼ਨ ਮੈਂਸ਼ਨ ਕਰਨਾ। ਓਕੇ ਸਟੂਡੈਂਟ, ਹੁਣ ਤੁਸੀਂ ਇਹ ਕੰਪਲੀਟ ਕਰਨਾ ਆਪਣਾ। ਥੈਂਕ ਯੂ।